मैडम जी दशमेश कौर एक पेशेंट थोड़े मिसिज अवतार सिंह आया सी पिछले दिनी ਉਹਦੀ ਡੈਥ ਹੋ ਗਈ। ਉਹਨਾਂ ਦਾ ਕੋਈ ਮੈਡਮ ਕਾਲੋਂ ਤੇ ਦੋਸ਼ ਲਾ ਰਹੇ ਹੋ ਕਿ ਉਹ ਬੇਬੁਨਿਆਦ ਹੈ ਜਾਂ ਕੋਈ ਦੋਸ਼ੀ ਹੈਗਾ ਉਹਦੇ ਚ? डॉक्टर कालो पे जो भी दोष लगाया है बिल्कुल बेबुनियाद है। डॉक्टर कालो ने ਉਹਦਾ बहुत अच्छी तरह ट्रीटमेंट किया। ये पेशेंट ਸਾਡੇ ਕੋਲ 30 ਤਰੀਕ ਨੂੰ ਆਈ ਸੀ। खून इसके टेस्ट सारे खराब सी, HB 4 ग्राम सी ते प्लेटलैट काउंट घटिया होया सी, TLC 25,000 आया होया सी, इन्ना टेकीकार्डिया सी। असी फटाफट इनू ट्रीटमेंट दिता, फ्लूइड लाए, एंटीबायोटिक लगाई तो इमीजिएटली इनू एंबुलेंस के विच रजिंद्रा हॉस्पिटल रैफर कर दिता। ये कितनी देर रही जी इत्थे? मेरे ख्याल हार्डली 10 मिनट 15 मिनट ही असें रखी है ये, जिस दे विच असीं सारा इहदा ट्रीटमेंट करके इनू दे के ग्लूकोज वगैरह लगा के असीं इनू रजिंद्रा हॉस्पिटल रैफर भी करता तो उत्थे डॉक्टर्स नूं इनफॉर्म भी करता कि घनौर तो असीं इस तरह एक पेशेंट भेज रहे हैं, सेप्टिसीमिया सी इस पेशेंट। हाँ जी प्रधान जी घनौर दे हॉस्पिटल के डॉक्टरों बारे थोड़ा की कहना है? ਘਨੌਰ ਜਿਹੜਾ ਸਾਡਾ ਹਸਪੀਟਲ ਹੈ ਜੀ, ਇਹ ਜਿਹੜਾ ਅੱਜ ਕੱਲ੍ਹ ਹੁਣ ਤੱਕ ਚੱਲ ਰਿਹਾ ਜੀ। ਪਹਿਲਾਂ ਡਾਕਟਰ ਸੁਰਿੰਦਰ ਜੀ ਸਨ ਇੱਥੇ, ਜੋ ਕਿ ਪਹਿਲਾਂ ਇੱਥੇ ਸੇਵਾ ਕਰਦੇ ਰਹੇ ਨੇ। ਡਾਕਟਰ ਖੁਰਾਨਾ ਸਨ, ਹੁਣ ਡਾਕਟਰ ਕਾਲੋਂ ਨੇ। ਬਹੁਤ ਵਧੀਆ। ਜੋ ਮੈਨੂੰ ਮੇਰਾ ਨਾਲ ਦਫ਼ਤਰ ਹੈ ਨਗਰ ਪੰਚਾਇਤ ਦਾ, ਮੈਨੂੰ ਤਾਂ ਇੱਥੇ ਕੋਈ ਕੰਪਲੇਂਟ ਆਈ ਨਹੀਂ ਕਿਸੇ ਦੀ। ਮੇਰਾ ਆਪਣਾ ਵੀ ਗੇੜਾ ਰਹਿੰਦਾ ਉੱਥੇ। ਜੇ ਵੀ ਘਨੌਰ ਦਾ ਹਸਪੀਟਲ ਦਾ ਕੋਈ ਕੰਮਕਾਰ ਹੁੰਦਾ ਕੋਈ, ਮੈਂ ਜਾਂਦਾ ਉੱਥੇ, ਮੈਂ ਦੇਖ ਕੇ ਵੀ ਉਹਨਾਂ ਨਾਲ ਕਰਾਉਣਾ ਵੀ ਆ। ਮੈਨੂੰ ਤਾਂ ਡਾਕਟਰ ਬਾਰੇ ਕਿਸੇ ਦਾ ਵੀ ਕਿਸੇ ਦੀ ਕੋਈ ਉਹਦੇ ਮਰੀਜ਼ਾਂ ਤੋਂ ਅੱਜ ਤੱਕ ਮੈਨੂੰ ਕੋਈ ਕੰਪਲੇਂਟ ਨਹੀਂ ਮਿਲੀ, ਨਾ ਡਾਕਟਰ ਕਾਲੋਂ ਦੀ, ਨਾ ਮੈਡਮ SMO ਦੀ। ਸਾਰੇ ਡਾਕਟਰ ਦੇ ਸਟਾਫ ਹੈ ਅੱਜ ਦੇ ਹਾਲਾਤ ਨੇ ਜੋ ਕਰੋਨਾ ਦੇ, ਉਹਨਾਂ ਦੇ ਵਿੱਚ ਜਿੰਨੀ ਇਹ ਸੇਵਾ ਕਰ ਰਹੇ ਨੇ। ਜਿਵੇਂ ਆਪਣੇ ਇੱਥੇ ਕੇਸ ਹਰੀ ਮਾਜਰੇ 'ਚ ਆ ਗਏ ਹਨ, ਜੋ ਉਹਨਾਂ ਵਿੱਚ ਵੀ ਆਪਣੀ ਜੀ ਜਾਨ ਨਾਲ ਡਾਕਟਰ ਕਾਲੋਂ ਨੇ ਆਪਣੀ ਮਿਹਨਤ ਕਰਕੇ ਸਭ ਦੇ ਜੋ ਟੈਸਟ ਸਨ, ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਰਾ ਹੀ ਉਹਨਾਂ ਨੇ ਆਪਣਾ ਪੂਰਾ ਕੀਤਾ ਹੈ। ਘਨੌਰ ਦੇ ਵਿੱਚ ਵੀ ਜੋ ਕੋਈ ਟੈਸਟ ਇਹਨਾਂ ਨੂੰ ਇਹੀ ਕਹਿੰਦੇ ਹਾਂ ਕਰਨ ਵਾਸਤੇ, ਜਾਂ ਕਿਸੇ ਦਾ ਕਰਾਉਣਾ ਹੀ ਹੁੰਦੇ ਹਨ, ਜਾਂ ਕੋਈ ਲੇਬਰਾਂ ਆਈਆਂ ਨੇ ਬਾਹਰੋਂ, ਡਾਕਟਰ ਕਾਲੋਂ ਨੇ ਵਿਚਾਰਿਆਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਹਨ ਕਿ ਹਾਂ ਵੀ ਮੈਂ ਬਿਹਾਰ ਤੋਂ ਆਏ ਨੇ, ਮੈਂ ਨਹੀਂ ਕਰਨਾ ਜਾਂ ਉੱਪਰ ਜਾਓ। ਨਹੀਂ, ਜਿਹੜਾ ਉਹਨਾਂ ਦਾ ਕੰਮ ਕਰਨਾ ਉਹਨਾਂ ਬਿਲਕੁਲ ਕੀਤਾ ਹੈ। ਅਸੀਂ ਉਹਨਾਂ ਨਾਲ ਸਹਿਮਤ ਹਾਂ, ਉਹਨਾਂ ਦੇ ਕੰਮ ਨਾਲ ਮੈਂ ਤਾਂ ਬਿਲਕੁਲ ਸਹਿਮਤ ਹਾਂ। ਮੇਰਾ ਦਫ਼ਤਰ ਵੀ ਨੇੜੇ, ਪਬਲਿਕ ਦੀ ਡੀਲਿੰਗ ਮੇਰੀ ਰੋਜ਼ ਰਹਿੰਦੀ ਹੈ, ਚੀਜ਼ਾਂ ਨੂੰ ਮੈਂ ਮਿਲਦਾ ਰਹਿੰਦਾ। ਮੈਨੂੰ ਤਾਂ ਅੱਜ ਕੋਈ ਸ਼ਿਕਾਇਤ ਆਈ ਨਹੀਂ ਜੀ। ਤੁਹਾਡਾ ਰਵਿੰਦਰ ਸਿੰਘ ਜੀ, ਪਿੰਡ ਜੀ ਬਗੌਰਾ ਜੀ। ਤੁਸੀਂ ਇੱਥੇ ਹਸਪਤਾਲ 'ਚ ਆਏ ਹੋ ਘਨੌਰ, ਇੱਥੇ ਤੁਹਾਨੂੰ ਡਾਕਟਰ ਬਲਜਿੰਦਰ ਕੌਰ ਕਾਲੋਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਹੁਤ ਵਧੀਆ ਡੀਲਿੰਗ ਹੈ ਜੀ। ਡਾਕਟਰ ਸਾਹਿਬ ਹਰ ਮਰੀਜ਼ ਨੂੰ ਬਹੁਤ ਪਿਆਰ ਨਾਲ ਦੇਖਦੇ ਨੇ ਜੀ। ਇਹਨਾਂ ਵਰਗਾ ਡਾਕਟਰ ਸਾਨੂੰ ਨਾ ਮਿਲਣਾ ਜੀ, ਨਾ ਪਹਿਲਾਂ ਕਦੇ ਅਸੀਂ ਆਏ ਆ ਇੱਥੇ ਤੋਂ ਡਾਕਟਰ ਸਾਡੇ। ਇਹਨਾਂ ਦੀ ਡੀਲਿੰਗ ਇੰਨੀ ਵਧੀਆ ਕਿ ਹਰ ਇੱਕ ਮਰੀਜ਼ ਨੂੰ ਇਹ ਬਹੁਤ ਢੰਗ ਤੇ ਤਰੀਕੇ ਨਾਲ ਦੇਖਦੇ ਨੇ। ਕਿਸੇ ਪੱਤਰਕਾਰ ਨੇ ਇਹਨਾਂ ਦੇ ਖਿਲਾਫ ਕੱਲ੍ਹ ਖਬਰ ਲਾਈ ਹੈ, ਕਹਿੰਦੇ ਵੀ ਉਹਨੇ ਮਰੀਜ਼ ਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਗਲਤ ਇਲਜ਼ਾਮ ਹੈ ਜੀ। ਇੱਦਾਂ ਦੇ ਇਲਜ਼ਾਮ ਤਾਂ ਬੇਵਕੂਫ ਬੰਦੇ ਲਾ ਸਕਦਾ। ਡਾਕਟਰ ਸਾਹਿਬ ਤਾਂ ਐਡੇ ਵਧੀਆ ਨੇ ਕਿ ਜੇ ਜਦੋਂ ਵੀ ਆਈਏ ਤਾਂ ਬਹੁਤ ਸਤਿਕਾਰ ਕਰਦੇ ਨੇ। ਹਰ ਇੱਕ ਦਾ, ਹਰ ਇੱਕ ਨੂੰ ਦੇਖਦੇ ਨੇ, ਨਾ ਗਰੀਬ ਅਮੀਰ ਦਾ ਕੋਈ ਫਰਕ ਨਹੀਂ ਕਰਦੇ ਜੀ। ਜੀ ਤੁਹਾਡਾ? ਮਨਿੰਦਰ ਸਿੰਘ ਜੀ, ਪਿੰਡ ਜੀ ਘਨੌਰ ਹੈ ਜੀ। ਅੱਜ ਤੁਸੀਂ ਘਨੌਰ ਹਸਪੀਟਲ 'ਚ ਆਏ ਹੋ, ਇੱਥੇ ਦੇ ਡਾਕਟਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ ਜੀ, ਕਾਫੀ ਕੇਅਰ ਕਰਦੇ ਨੇ ਜੀ ਸਾਨੂੰ। ਘੱਟੋ ਘੱਟ ਮੈਡਮ ਕੋਲ ਆਉਂਦੇ ਨੂੰ 10 ਸਾਲ ਹੋ ਗਏ ਜੀ। ਕਿਹੜੀ ਮੈਡਮ ਕੋਲ? ਆਪਣਾ ਡਾਕਟਰ ਬਲਜਿੰਦਰ ਕੌਰ ਕਾਲੋਂ। ਅੱਛਾ ਜੀ, ਹਾਂਜੀ, ਕੀ ਕਹਿਣਾ ਉਹਨਾਂ ਬਾਰੇ ਤੁਹਾਡਾ? ਬੜੇ ਅੱਛੇ ਡਾਕਟਰ ਨੇ ਜੀ, ਕਦੇ ਸਾਨੂੰ ਮਾੜਾ ਚੰਗਾ ਨਹੀਂ ਕਰਿਆ। ਮਤਲਬ ਹਰ ਇੱਕ ਅਸੀਂ ਹੋਰ ਵੀ ਦੇਖਦੇ ਹਾਂ, ਹਰ ਇੱਕ ਮਰੀਜ਼ ਨੂੰ ਬੜੇ ਪਿਆਰ ਨਾਲ ਦੇਖਦੇ ਨੇ, ਹੈਲਪ ਕਰਦੇ ਨੇ ਸਾਰਿਆਂ ਦੀ ਜਿੱਥੋਂ ਤੱਕ ਹੋ ਸਕਦਾ। और एज अ मैडिकल प्रोफैशन एज अ डॉक्टर, चाहे वो डॉक्टर है चाहे वो कोई पैरामैडिक स्टाफ है, सारिਆਂ ਦੀ ਇਹੋ ਹੀ ਇੱਛਾ ਹੁੰਦੀ ਹੈ ਕਿ ਜੋ ਵੀ ਪੇਸ਼ੈਂਟ ਆਇਆ ਹੈ ਉਹ ਉਹਨਾਂ ਦਾ ਪੇਸ਼ੈਂਟ ਉੱਥੋਂ 100% ਠੀਕ ਹੋ ਕੇ ਆਪਣੇ ਘਰ ਵਾਪਸ ਜਾਵੇ। ਕੋਈ ਵੀ ਹਸਪੀਟਲ, ਕੋਈ ਵੀ ਡਾਕਟਰ, ਕੋਈ ਵੀ ਸਟਾਫ ਇਹ ਨਹੀਂ ਚਾਹੁੰਦਾ ਕਿ ਕਿਸੇ ਪੇਸ਼ੈਂਟ ਦਾ ਕੋਈ ਵੀ ਨੁਕਸਾਨ ਹੋਵੇ। ਅਣਗਹਿਲੀ ਕਰਨਾ ਬਹੁਤ ਦੂਰ ਦੀ ਗੱਲ ਹੈ। ਜਿੰਨਾ ਪੋਸੀਬਲ ਹੁੰਦਾ ਹੈ ਸਾਰੇ ਉਸ ਤੋਂ ਵੱਧ ਐਫਰਟ ਕਰਦੇ ਹੈ, ਮੈਂਟਲੀ ਆਲਸੋ ਔਰ ਫਿਜ਼ੀਕਲੀ ਆਲਸੋ। ਤੁਹਾਡਾ? ਜੀ ਮੇਰਾ ਨਾਮ ਹੈ ਰਾਮ ਸਿੰਘ, ਸਰਪੰਚ ਐਕਸਲ ਰਾਣਾ। ਇਹ ਅੱਜ ਤੁਸੀਂ ਘਨੌਰ ਹਸਪੀਟਲ 'ਚ ਆਏ ਹੋ, ਇੱਥੇ ਦੇ ਡਾਕਟਰਾਂ ਬਾਰੇ ਤੁਹਾਡਾ ਕੀ ਕਹਿਣਾ? ਡਾਕਟਰ ਵਧੀਆ ਸਟਾਫ ਜੀ, ਵਧੀਆ ਡਾਕਟਰ ਨੇ ਜੀ। ਕਿਹਨੂੰ ਦਿਖਾਉਣਾ ਆਏ ਅੱਜ ਤੁਸੀਂ? ਮੈਂ ਆਪਣੀ ਵਾਈਫ ਨੂੰ ਦਿਖਾਉਣ ਆਇਆ ਜੀ, ਦਰਦ ਹੁੰਦਾ ਜੀ। ਕਿਹੜੇ ਡਾਕਟਰ ਨੂੰ ਦਿਖਾਉਣਾ? ਉਹ ਡਾਕਟਰ ਬਲਜਿੰਦਰ ਕੌਰ ਕਾਲੋਂ ਆ ਜੀ। ਅੱਛਾ ਜੀ, ਕਿਹੋ ਜਿਹੇ ਡਾਕਟਰ ਵਧੀਆ ਬਲਜਿੰਦਰ? ਡਾਕਟਰ ਨੇ ਜੀ, ਵਧੀਆ ਕੇਅਰ ਕਰਦੇ ਨੇ ਜੀ।
ਅਤੇ ਇਸ ਤੋਂ ਇਲਾਵਾ ਮੈਂ ਆਪਣੇ ਮੀਡੀਆ ਨੂੰ ਵੀ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਕਿਸੇ ਵੀ ਗੱਲ ਦੀ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਹੀ ਖਬਰ ਲਗਾਈ ਜਾਵੇ। ਇੱਕ ਤਰਫਾ ਖਬਰ ਲਗਾਉਣ ਦਾ ਜੋ ਅਸਰ ਹੈ ਉਹ ਇੱਕ ਮਾਹੌਲ ਵਾਇਲੈਂਸ ਦਾ ਔਰ ਅਨਸੈਟਿਸਫੈਕਸ਼ਨ ਦਾ ਮਾਹੌਲ ਪੈਦਾ ਕਰਦਾ ਹੈ। ਡਾਕਟਰ ਸਾਹਿਬ ਜਿਹੜੀ ਘਨੌਰ ਦੀ ਦਸ਼ਮੇਸ਼ ਕੌਰ ਪਤਨੀ ਅਵਤਾਰ ਸਿੰਘ ਦਾ ਕੇਸ ਸੀਗਾ ਤੁਹਾਡੇ ਕੋਲ ਆਇਆ ਸੀ, ਉਹਦੇ ਬਾਰੇ ਕੀ ਜਾਣਕਾਰੀ ਹੈ ਜੀ? ਕਿ ਦਸ਼ਮੇਸ਼ ਕੌਰ ਪੇਸ਼ੈਂਟ ਸਾਡੇ ਕੋਲ ਘਨੌਰ PHC ਵਿੱਚ 30 ਜੂਨ ਨੂੰ ਸਵੇਰੇ ਅਪਰੋਕਸੀਮੇਟ 9:30 ਵਜੇ ਆਈ ਸੀ ਔਰ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਸੀ। ਪੇਸ਼ੈਂਟ ਵਾਜ਼ ਇਨ ਸੈਪਟੀਸੀਮੀਆ, HB was 4, platelet 60,000, TLC 25,000 और पिछले 1 महीने तो ये लगातार प्राइवेट हॉस्पिटल्स जो कुछ अम्बाले तो इरेगुलर रिपीटेडली दे वर टेकिंग सम ट्रीटमेंट। ब्लड ट्रांसफ्यूजन की हिस्ट्री भी सी, 15 दिन पहला उन्होंने कितने अम्बाले तो ब्लड भी चढ़वाया सी। उस तो मगरों वो राजपुरा एक हॉस्पिटल च भी उन्हें विजिट किया जोड़ा कि उतों 1-2 दिन बाद हॉस्पिटल वॉज सील्ड बिकॉज ऑफ कोई पेशेंट उसे कोविड पॉजिटिव वॉज डिटेक्टेड which was later expired at Sector 32. So because of that reason that hospital is sealed at this time and the patient has visited that hospital also during those days. On 26th 26 जून ਨੂੰ patient last ਉੱਥੇ ਗਈ ਸੀ ਔਰ ਸਾਡੇ ਕੋਲ ਜਦੋਂ patient ਆਈ she was completely pale or veins, all veins were, they had been trying multiple injections. It was very difficult to find IV line also and ਅਸੀਂ ਬਹੁਤ ਜਿੰਨਾ as early as possible we could do IV line maintain ਕੀਤੀ ਉਹਨੂੰ first aid ਦੇ ਕੇ patient ਨੂੰ and because she had been visiting multiple places during the last 15 years so as per government guidelines ਉਹਦਾ ਕੋਵਿਡ ਸੈਂਪਲਿੰਗ ਕਰਨਾ ਵੀ ਬਣਦਾ ਹੈ ਬਿਕੋਜ਼ ਪੇਸ਼ੈਂਟ ਇਜ਼ ਸਿਕ। ਉਹਦੀ ਕੋਵਿਡ ਸੈਂਪਲਿੰਗ ਕੀਤੀ ਐਂਡ ਪੇਸ਼ੈਂਟ ਨੂੰ ਐਂਬੂਲੈਂਸ ਵਿੱਚ ਰਜਿੰਦਰਾ ਹਸਪੀਟਲ ਲਈ ਰੈਫਰ ਕੀਤਾ ਗਿਆ। ਰਜਿੰਦਰਾ ਹਸਪੀਟਲ ਵਿੱਚ ਜਿਨ੍ਹਾਂ ਨੇ ਉੱਥੇ ਮੈਡੀਕਲ ਸਪੈਸ਼ਲਿਸਟ ਡਾਕਟਰ ਸਾਹਿਬ ਜਿਨ੍ਹਾਂ ਨੇ ਉਹਨੂੰ ਰਿਸੀਵ ਕਰਨਾ ਸੀ ਉਹਨਾਂ ਨੂੰ ਟੈਲੀਫੋਨਿਕਲੀ ਇਨਫੋਰਮ ਕੀਤਾ ਗਿਆ। ਡਾਕਟਰ ਯੁਵਰਾਜ ਐਪੀਡੈਮੀਓਲੋਜਿਸਟ ਉਹਨਾਂ ਨੂੰ ਵੀ ਇਨਫੋਰਮ ਕੀਤਾ ਗਿਆ so that there is no delay in the treatment of the patient. And the patient timely Rajendra Hospital received ਕੀਤੀ ਗਈ ਉਹਦਾ ਜੋ ਵੀ treatment ਬਣਦਾ ਸੀ treatment was done but because her condition was actually very serious she was into septicemia so no one can guarantee what's going to be the outcome. ਜੋ ਵੀ treatment ਹੋਇਆ ਉਹ Rajendra Hospital ਵਿੱਚ ਹੋਇਆ maybe by late evening same day that patient expired and at CHC level what best could have been done that was done for her and I don't think anything more than that could have been done but after that ਜਦੋਂ ਸਾਨੂੰ ਐਵੇਂ ਦੀ ਕੋਈ ਖਬਰ ਸੁਣਨ ਨੂੰ ਮਿਲਦੀ ਹੈ ਕਿ people are still complaining ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਕਿਸੇ ਸ਼ਰਾਰਤੀ ਲੋਕਾਂ ਦਾ ਹੱਥ ਹੈ ਔਰ ਇਹ ਸਿਰਫ ਔਰ ਸਿਰਫ ਹਸਪੀਟਲ ਨੂੰ ਸਟਾਫ ਨੂੰ ਡੀਮੋਰਲਾਈਜ਼ ਕਰਦੀਆਂ ਐਵੇਂ ਦੀਆਂ ਐਕਟੀਵਿਟੀਜ਼ ਔਰ ਇਸ ਸਪੈਸ਼ਲੀ ਕੋਰੋਨਾ ਦੇ ਟਾਈਮ 'ਤੇ ਜਦੋਂ ਵੈਨ ਵੀ ਆਰ ਵਰਕਿੰਗ ਡੇ ਐਂਡ ਨਾਈਟ ਵੀ ਆਰ ਰੀਅਲੀ ਫਿਜ਼ੀਕਲੀ ਐਂਡ ਮੈਂਟਲੀ ਆਲਸੋ ਇਟਸ ਟਾਇਰਿੰਗ ਬਟ ਕਿਉਂਕਿ ਅਸੀਂ ਇੱਕ ਮਿਸ਼ਨ ਫਤਿਹ ਦਾ ਪਾਰਟ ਆ ਐਂਡ ਅਸੀਂ ਇਹ ਕੰਮ ਪੂਰਾ ਕਰਨਾ ਹੈ ਸੋ ਵੀ ਆਰ ਡੂਇੰਗ ਇਟ ਵਿਦਾਊਟ ਐਨੀ ਕੰਪਲੇਂਟਸ ਆਫ ਆਰ ਟਾਇਰਡਨੈਸ ਪਰ ਐਵੇਂ ਦੀਆਂ ਘਟਨਾਵਾਂ ਸਾਨੂੰ ਬਹੁਤ ਜ਼ਿਆਦਾ ਡੀਮੋਰਲਾਈਜ਼ ਕਰਦੀਆਂ ਔਰ ਮੈਂ ਨਹੀਂ ਸੀ ਚਾਹੁੰਦੀ ਕਿ ਇਹ ਬਾਕੀ ਲੋਕਾਂ ਤੱਕ ਕੋਈ ਗੱਲ ਫੈਲਾਈ ਜਾਵੇ ਜਾਂ ਕੁਝ ਵੀ ਹੋਵੇ ਬਟ ਸਿਰਫ ਇੱਕ ਇੰਨਾ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦੀ ਹਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ 'ਚ ਖਿਆਲ ਰੱਖਣਾ ਚਾਹੀਦਾ ਔਰ ਥੋੜ੍ਹਾ ਇੰਸਟਰਕਸ਼ਨਸ ਆਮ ਪਬਲਿਕ ਜਨਤਾ ਲਈ ਹੋਣੀਆਂ ਚਾਹੀਦੀਆਂ unnecessarily without any fault ਜੇ ਉਹ ਮੈਡੀਕਲ ਸਟਾਫ ਹਸਪੀਟਲਸ ਦੇ ਜਿਵੇਂ ਵਾਇਲੈਂਸ ਦੇ ਇਨਸੀਡੈਂਸਿਸ ਜੋ ਆਉਂਦੀਆਂ ਇਹ ਸਾਰੀਆਂ ਐਵੇਂ ਦੀਆਂ ਘਟਨਾਵਾਂ ਸਾਡਾ ਮੋਰਲ ਡਾਊਨ ਕਰਦੀਆਂ। ਸਾਡਾ ਡਿਪਾਰਟਮੈਂਟ ਮਾਨਯੋਗ ਸਿਵਲ ਸਰਜਨ ਸਰ ਸਾਰਿਆਂ ਨੂੰ ਇਸ ਕੇਸ ਦੀ ਡਿਟੇਲ ਪਤਾ ਹੈ ਤੁਸੀਂ ਉਹਨਾਂ ਤੋਂ ਕੋਈ ਵੀ ਡਿਟੇਲ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ।
ਵਧੀਆ